84 ਦੇ ਦੰਗਿਆਂ ਦੌਰਾਨ ਦਿੱਲੀ ਦੇ ਵਿੱਚ ਗਲ ਦੇ ਵਿੱਚ ਟਾਇਰ ਪਾ ਕੇ ਜਿੰਦੇ ਨੂੰ ਅੱਗ ਲਗਾ ਦਿੱਤੀ ਗਈ ਸੀ। ਉਸ ਦੀ ਮੌਤ ਦਾ ਬਦਲਾ ਲੈਣ ਵਾਸਤੇ ਇਹ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਮਾਰਨਾ ਚਾਹੁੰਦੇ। ਉੱਥੇ ਹੀ ਮੈਨੂੰ ਕਿਸੇ ਆਪਣੇ ਸੱਜਣ ਕੋਲੋਂ ਪਤਾ ਲੱਗਾ ਕਿ ਇਹਨਾਂ ਦੀ ਬਹੁਤ ਘਟੀਆ ਨੀਤੀ ਆ। ਘਟੀਆ ਨੀਤੀ ਨੂੰ ਚੱਲਦੇ ਹੋਏ ਮੇਰੇ ਤੇ ਉੱਥੇ ਜਾ ਕੇ ਇੱਕ ਵੱਡਾ ਇਲਜ਼ਾਮ ਲਾਉਣ ਦੀ ਕੋਸ਼ਿਸ਼ ਸੀ। ਸਾਨੂੰ ਚੰਗਾ ਕੋਈ ਹਥਿਆਰ ਨਾ ਪ੍ਰਾਪਤ ਹੋਣ ਦੇ ਬਾਅਦ 12 ਬੋਰ ਦਾ ਦੇਸੀ ਕੱਟਾ ਲਿਜਾ ਕੇ ਹੀ ਉੱਥੇ ਸਾਨੂੰ ਫਾਇਰ ਕਰਨੇ ਪਏ। ਉੱਥੇ ਜਾ ਕੇ ਥਾਣੇ ਜਾ ਕੇ ਮੈਨੂੰ ਪਤਾ ਲੱਗਾ ਕਿ ਮੇਰੇ ਖਿਲਾਫ ਕਿਸੇ ਨੇ ਦਿਲਬਾਗ ਸਿੰਘ ਦੇ ਨਾਲ ਰਲ ਕੇ ਝੂਠੀ FI ਦਰਜ ਕਰਾਈ ਹੈ। ਮੈਂ ਜੇਲ੍ਹ 'ਚ ਸੀਗਾ, ਪਿੱਛੋਂ ਕਿਸੇ ਨੇ ਕੋਈ ਉਹਨਾਂ ਦੀ ਪੜਤਾਲ ਕਰਨ ਵਾਲਾ ਹੈ ਹੀ ਨਹੀਂ ਸੀਗਾ। ਸੋ 1995 ਦੇ ਵਿੱਚ ਮੈਂ ਜੇਲ੍ਹ 'ਚੋਂ ਬਾਹਰ ਆਇਆ। ਸਟੱਡੀ ਸਰਟੀਫਿਕੇਟ ਕਢਵਾ ਕੇ ਜਦ ਮੈਂ ਇਹਨਾਂ SGPC ਦੇ ਉੱਚ ਅਧਿਕਾਰੀਆਂ ਅੱਗੇ ਰੱਖਿਆ ਸੋ ਇਹਨਾਂ ਨੂੰ ਕੁਛ ਸ਼ਰਮ ਵੀ ਮਹਿਸੂਸ ਹੋਈ। ਸੋ ਇਹਨਾਂ ਦੀਆਂ ਕੁਛ ਅੱਖਾਂ ਖੁੱਲੀਆਂ। ਸੋ ਉੱਥੇ ਨੇ ਕਾਫੀ ਸੰਘਰਸ਼ ਕਰਕੇ ਲਗਭਗ 6-7 ਦਿਨ ਪਹਿਲਾਂ ਝਾੜੀਆਂ ਦੇ ਵਿੱਚ ਲੁਕ ਕੇ ਬੈਠਾ। ਉੱਥੇ ਵੀ ਇਹਨਾਂ ਨੇ ਉਹੀ ਮੇਰੇ ਨਾਲ ਕੀਤੀ ਜੋ ਕਿ ਇਹਨਾਂ ਦਾ ਸ਼ੁਰੂ ਤੋਂ ਇੱਕ ਰਵੱਈਆ ਰਿਹਾ ਹੈ ਕਿ ਮਾੜੇ ਨੂੰ ਕੁਚਲਣ ਦਾ। ਝੂਠਾ ਇਲਜ਼ਾਮ ਲਗਾਇਆ ਕਿ ਉਹਨਾਂ ਦੀ ਬੱਚੀ ਨੂੰ ਦੁਕਾਨ 'ਤੇ ਲਿਜਾ ਕੇ ਅਸ਼ਲੀਲ ਹਰਕਤਾਂ ਕੀਤੀਆਂ, ਅਸ਼ਲੀਲ ਵੀਡੀਓ ਦਿਖਾਈਆਂ। ਹਕੀਕਤ TV ਪੰਜਾਬੀ ਅਕਸਰ ਹੀ ਲੋਕਾਂ ਦੀ ਆਵਾਜ਼ ਬੁਲੰਦੀ ਨਾਲ ਚੁੱਕਦਾ ਹੈ ਅਤੇ ਉਹਨਾਂ ਦੀ ਆਵਾਜ਼ ਹਰ ਇੱਕ ਦਰਸ਼ਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ। ਇਸੇ ਲੜੀ ਦੇ ਤਹਿਤ ਅੱਜ ਅਸੀਂ ਤੁਹਾਨੂੰ ਨਰਿੰਦਰ ਸਿੰਘ ਹੁਣਾਂ ਨਾਲ ਮਿਲਾਉਣ ਜਾ ਰਹੇ ਹਾਂ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਤਾਏ ਹੋਏ ਨੇ। ਸਤਾਏ ਹੋਏ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ 1 ਸਾਲ ਲੱਗਾ ਇਹਨਾਂ ਨੂੰ ਨੌਕਰੀ ਪ੍ਰਾਪਤ ਕਰਨ ਵਾਸਤੇ ਅਤੇ 2 ਸਾਲ ਹੀ ਨੌਕਰੀ ਕਰ ਪਾਏ। ਹਾਲਾਂਕਿ ਨਰਿੰਦਰ ਸਿੰਘ ਦੀ ਕਾਫੀ ਕੁਰਬਾਨੀਆਂ ਵਾਲਾ ਇਤਿਹਾਸ ਹੈ ਅਤੇ ਇਹਨਾਂ ਦੇ 2 ਭਰਾ ਅਤੇ ਪਿਤਾ ਦਾ ਵੀ ਜਿਹੜਾ ਸੀਗਾ ਉਹਨਾਂ ਨੂੰ ਹਰਿਆਣਾ ਪੁਲਿਸ ਵੱਲੋਂ ਚੁੱਕਿਆ ਗਿਆ ਸੀਗਾ ਤੇ ਉਹਨਾਂ ਨੂੰ ਵੀ ਖੁਰਦ-ਬੁਰਦ ਕਰ ਦਿੱਤਾ ਗਿਆ ਸੀਗਾ। ਸਾਡੇ ਨਾਲ ਨਰਿੰਦਰ ਸਿੰਘ ਜੀ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਨਰਿੰਦਰ ਸਿੰਘ ਜੀ, ਬਹੁਤ ਹੀ ਦੁਖਦਾਈ ਤੁਸੀਂ ਗੱਲ ਦੱਸੀ ਕਿ ਤੁਹਾਡੇ 2 ਭਰਾ ਤੇ ਪਿਤਾ ਜੀ ਜਿਹੜੇ ਸੀਗੇ ਉਹ ਪੁਲਿਸ ਵੱਲੋਂ ਹਰਿਆਣਾ ਪੁਲਿਸ ਵੱਲੋਂ ਚੁੱਕੇ ਗਏ, ਲੇਕਿਨ ਕਿੱਥੇ ਲੈ ਕੇ ਗਏ ਹਜੇ ਤੱਕ ਪਤਾ ਚੱਲਿਆ ਕਿ ਨਹੀਂ ਚੱਲਿਆ, ਔਰ ਕਿੰਨੇ ਸਾਲ ਹੋ ਚੁੱਕੇ ਨੇ? ਸਮੁੱਚੇ ਸਿੱਖ ਪੰਥ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਰਹਿ ਰਹੇ ਨੂੰ ਦਾਸ ਨਰਿੰਦਰ ਸਿੰਘ ਕਾਲਾ ਵੱਲੋਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਿਓ। ਸੋ ਦੱਸਣਾ ਚਾਹੂੰਗਾ ਕਿ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਜੋ ਕਿ ਗੁਰੂ ਘਰ ਦੀ ਮਰਿਆਦਾ ਨੂੰ ਲੈ ਕੇ ਮੇਰੀ ਭਾਵਨਾ ਰਹੀ ਹੈ ਕਾਇਮ ਰੱਖਣ ਵਾਸਤੇ। ਸੋ ਇਸੇ ਨੂੰ ਚੱਲਦੇ ਹੋਏ ਜੋ ਕਿ 1986 ਦੇ ਵਿੱਚ 84 ਦੇ ਵਿੱਚ ਸਿੱਖ ਕਤਲੇਆਮ ਹੋਇਆ। ਸੋ ਇਸ ਦੇ ਵਿੱਚ ਇਕੱਲੇ ਸਿੱਖ ਹੀ ਨਹੀਂ ਕਹੂੰਗਾ, ਸਾਰਾ ਤਕਰੀਬਨ ਜਗਤੀ ਕਹੂੰਗਾ ਆਪਣੇ ਹਿੰਦੁਸਤਾਨ ਦਾ ਪੀੜਤ ਹੋਇਆ ਸੀਗਾ ਦੰਗਿਆਂ ਦੌਰਾਨ। ਸੋ ਇਸ ਨੂੰ ਚੱਲਦੇ ਕੋਈ ਗਲਤ ਅਨਸਰਾਂ ਵੱਲੋਂ ਨਜਾਇਜ਼ ਫਾਇਦਾ ਉਠਾਉਂਦੇ ਹੋਏ ਜਿਹਦੇ ਵਿੱਚ ਕਿ ਕਸਬਾ ਹਰਿਆਣਾ ਰਤੀਆ ਦਾ ਜਗਦੀਸ਼ ਰਾਏ ਬਿਸ਼ਨੋਈ ਸੀ, ਜਿਸ ਨੇ ਕਿ ਸਿੱਖਾਂ ਦੇ ਘਰਾਂ ਦੇ ਵਿੱਚ ਜੋ ਕਿ ਹਰਿਆਣੇ ਦੇ ਵਿੱਚ 2-2 4-4 ਘਰ ਪੈਲੀਆਂ ਦੇ ਵਿੱਚ ਪਾਏ ਹੋਏ ਸਨ, ਉੱਥੇ ਜਾ ਕੇ ਕੁਛ ਗਲਤ ਅਨਸਰਾਂ ਨੂੰ ਨਾਲ ਲੈ ਕੇ ਕਾਫੀ ਅਤਿਆਚਾਰ ਕੀਤਾ ਗਿਆ ਅਤੇ ਬੱਚਿਆਂ ਨਾਲ ਤੇ ਬੀਬੀ ਭੈਣਾਂ ਨਾਲ ਵੀ ਕਾਫੀ ਗਲਤ ਵਿਹਾਰ ਕੀਤਾ ਗਿਆ। ਸੋ ਉਸ ਨੂੰ ਨਾ ਬਰਦਾਸ਼ਤ ਕਰਦੇ ਹੋਏ 2 ਸਿੰਘਾਂ ਨੂੰ ਨਾਲ ਲਿਜਾ ਕੇ 1985 ਦੇ ਵਿੱਚ, ਜਦ ਕਿ ਮੇਰੀ ਉਮਰ ਉਸ ਸਮੇਂ 15 ਸਾਲ ਦੀ ਸੀਗੀ, ਸੋ ਉਸ ਜਗਦੀਸ਼ ਰਾਏ ਬਿਸ਼ਨੋਈ ਨੂੰ ਮਾਰ ਕੇ ਆਏ। ਜੋ ਇਸ ਨੂੰ ਚੱਲਦੇ ਹੋਏ 1986 ਦੇ ਵਿੱਚ ਮੈਂ ਕਸਬਾ ਸੁਨਾਮ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਆਇਆ, ਜਿੱਥੇ ਕਿ ਮੇਰੇ ਵਾਕਬ ਗ੍ਰੰਥੀ ਸਿੰਘ ਬਲਦੇਵ ਸਿੰਘ ਮਸਤਾਨਾ ਗੁਰੂ ਘਰ ਦੇ ਵਿੱਚ ਰਹਿ ਰਹੇ ਸਨ। ਉੱਥੇ ਹੀ ਮੇਰੀ ਸੁਨਾਮ ਦੇ ਵਿੱਚ ਮੁਲਾਕਾਤ ਕਰਮਜੀਤ ਸਿੰਘ ਦੇ ਨਾਲ ਹੋਈ ਅਤੇ ਇਸ ਦੇ 3 ਸਾਥੀਆਂ ਦੇ ਨਾਲ ਵੀ ਹੋਈ। ਅਤੇ ਉੱਥੋਂ ਮੈਨੂੰ ਪਤਾ ਲੱਗਾ ਕਰਮਜੀਤ ਸਿੰਘ ਕੋਲੋਂ ਕਿ ਇਸ ਦੇ ਦੋਸਤ ਨੂੰ 84 ਦੇ ਦੰਗਿਆਂ ਦੌਰਾਨ ਦਿੱਲੀ ਦੇ ਵਿੱਚ ਗਲ ਦੇ ਵਿੱਚ ਟਾਇਰ ਪਾ ਕੇ ਜਿੰਦੇ ਨੂੰ ਅੱਗ ਲਗਾ ਦਿੱਤੀ ਗਈ ਸੀ। ਸੋ ਉਸ ਦੀ ਮੌਤ ਦਾ ਬਦਲਾ ਲੈਣ ਵਾਸਤੇ ਇਹ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਮਾਰਨਾ ਚਾਹੁੰਦਾ। ਸੋ ਜਿਸ ਦੇ ਚੱਲਦੇ ਹੋਏ ਅਸੀਂ ਪਲਾਨਿੰਗ ਬਣਾਈ ਜੋ ਕਿ ਦਿੱਲੀ ਰਾਜਘਾਟ ਵਿਖੇ ਮਹਾਤਮਾ ਗਾਂਧੀ ਦੀ ਸਮਾਧੀ 'ਤੇ 2 ਅਕਤੂਬਰ ਨੂੰ ਤਕਰੀਬਨ ਸਾਰੇ ਹੀ ਮਿਨਿਸਟਰ ਵਗੈਰਾ ਸ਼ਰਧਾਂਜਲੀ ਦੇ ਭੇਟ ਕਰਨ ਆਉਂਦੇ ਹਨ। ਸੋ ਉੱਥੇ ਨੇ ਕਾਫੀ ਸੰਘਰਸ਼ ਕਰਕੇ ਲਗਭਗ 6-7 ਦਿਨ ਪਹਿਲਾਂ ਝਾੜੀਆਂ ਦੇ ਵਿੱਚ ਲੁਕ ਕੇ ਬੈਠਾ। ਸੋ ਦੱਸਣਾ ਚਾਹੂੰਗਾ ਕਿ ਉਸ ਦੀ ਸਹਾਇਤਾ ਦੇ ਤੌਰ 'ਤੇ
ਕਾਫੀ ਜਥੇਬੰਦੀਆਂ ਕੋਲੋਂ ਅਸੀਂ ਸਹਾਇਤਾ ਮੰਗੀ ਕਿ ਚੰਗਾ ਹਥਿਆਰ ਪ੍ਰਾਪਤ ਕਰ ਸਕੀ, ਲੇਕਿਨ ਸਾਨੂੰ ਚੰਗਾ ਕੋਈ ਹਥਿਆਰ ਨਾ ਪ੍ਰਾਪਤ ਹੋਣ ਦੇ ਬਾਅਦ 12 ਬੋਰ ਦਾ ਦੇਸੀ ਕੱਟਾ ਲਿਜਾ ਕੇ ਹੀ ਉੱਥੇ ਸਾਨੂੰ ਫਾਇਰ ਕਰਨੇ ਪਏ, ਜਾਨਲੇਵਾ ਹਮਲਾ ਕਰਨਾ ਪਿਆ। ਲੇਕਿਨ ਇਸ ਨੂੰ ਕਾਰਤੂਸ 5 ਮੈਂ ਦਿੱਤੇ ਸੀ, ਲੇਕਿਨ ਇਹੋ ਜਿਹੇ ਹਮਲੇ ਦੇ ਵਿੱਚ ਅਸੀਂ ਕਿਸੇ ਦਾ ਵੀ ਉੱਥੇ ਕੁਝ ਨਹੀਂ ਵਿਗਾੜ ਸਕੇ ਅਤੇ ਕਰਮਜੀਤ ਸਿੰਘ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਅਤੇ ਮੇਰੇ ਤੋਂ ਇਸ ਦੇ ਕੁਝ ਦਿਨ ਬਾਅਦ ਹੀ ਅਮਰਜੀਤ ਸਿੰਘ, ਪ੍ਰੇਮ ਸਿੰਘ ਅਤੇ ਬਲਦੇਵ ਸਿੰਘ ਮਸਤਾਨਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ, ਜੋ ਕਿ ਲਗਭਗ 2 ਮਹੀਨੇ ਬਾਅਦ ਮੈਨੂੰ 1987 ਜਨਵਰੀ ਵਿੱਚ ਮੈਨੂੰ ਵੀ ਗ੍ਰਿਫਤਾਰ ਪਿੰਡ ਗੁਰੂ ਗੋਬਿੰਦ ਤੋਂ ਹੀ ਕਰ ਲਿਆ ਗਿਆ, ਜਿਸ ਦੇ ਚੱਲਦਿਆਂ ਦੌਰਾਨ ਮੈਨੂੰ ਲਗਭਗ 8 ਸਾਲ ਦਿੱਲੀ ਤਿਹਾੜ ਜੇਲ੍ਹ ਕੱਟੀ ਹੈ। ਸੋ ਪਰਿਵਾਰ ਨੂੰ ਕਦੀ ਜਿਹੜੇ ਵਿਛੜੇ ਪਰਿਵਾਰ ਦੇ ਜੀ ਸੀ, ਕਦੀ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਤੁਹਾਡੇ ਵੱਲੋਂ ਜੀ? ਵੇਖੋ ਜੀ, ਪਿੱਛੇ ਮੇਰੇ ਘਰ ਪਰਿਵਾਰ ਦੇ ਵਿੱਚ ਕੋਈ ਨਹੀਂ ਸੀਗਾ। ਇੱਕ ਅਪਾਹਜ ਭੈਣ ਸੀਗੀ ਅਤੇ ਸਿਰਫ ਮਾਂ ਰਹਿ ਗਈ ਸੀਗੀ। ਮੈਂ ਜੇਲ੍ਹ 'ਚ ਸੀਗਾ, ਪਿੱਛੋਂ ਕਿਸੇ ਨੇ ਕੋਈ ਉਹਨਾਂ ਦੀ ਪੜਤਾਲ ਕਰਨ ਵਾਲਾ ਹੈ ਹੀ ਨਹੀਂ ਸੀਗਾ। ਸੋ 1995 ਦੇ ਵਿੱਚ ਮੈਂ ਜੇਲ੍ਹ 'ਚੋਂ ਬਾਹਰ ਆਇਆ। ਸੋ ਜੇਲ੍ਹ 'ਚੋਂ ਬਾਹਰ ਆ ਕੇ ਸ਼ਾਦੀ ਕਰਾਈ ਅਤੇ ਆਪਣੇ ਮੇਰੇ 4 ਬੱਚੇ ਹਨ। ਸੋ ਕਿਸ ਤਰ੍ਹਾਂ ਨਾ ਕਿਸ ਤਰ੍ਹਾਂ ਕਰਕੇ ਆਪਣਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਕੇ ਗੁਜ਼ਰ ਬਸਰ ਕਰ ਰਿਹਾ ਸੀਗਾ। ਸੋ ਲਗਭਗ 2013-14 ਦੇ ਵਿੱਚ ਮੇਰੀ ਕਾਫੀ ਖਸਤਾ ਹਾਲਤ ਹੋ ਗਈ। ਆਰਥਿਕ ਤੌਰ 'ਤੇ ਕਾਫੀ ਪਰੇਸ਼ਾਨੀ ਝੱਲਣ ਤੋਂ ਬਾਅਦ ਮੈਂ SGPC ਦੇ ਕੋਲ ਗਿਆ ਅਤੇ ਆਪਣੀਆਂ ਕੁਰਬਾਨੀਆਂ ਦਾ ਵਾਸਤਾ ਦੱਸਦੇ ਹੋਏ ਸੋ ਉਹਨਾਂ ਨੂੰ ਕਿਹਾ ਕਿ ਮੈਨੂੰ ਕੁਛ ਆਰਥਿਕ ਸਹਾਇਤਾ ਦਿੱਤੀ ਜਾਵੇ ਤਾਂ ਕਿ ਮੈਂ ਆਪਣਾ ਕੋਈ ਵੀ ਰੋਜ਼ਗਾਰ ਦਾ ਸਾਧਨ ਪੈਦਾ ਕਰਕੇ ਬੱਚਿਆਂ ਦੀ ਪਰਵਰਿਸ਼ ਕਰ ਸਕਾਂ ਜੀ। ਸੋ ਇਸ ਦੇ ਚੱਲਦੇ ਹੋਏ ਸ਼੍ਰੋਮਣੀ ਕਮੇਟੀ, ਜੋ ਕਿ ਪਹਿਲਾਂ ਵੀ ਇਹਨਾਂ ਦੀਆਂ ਕਾਫੀ ਸ਼ਿਕਾਇਤਾਂ ਸੁਣ ਚੁੱਕਿਆ ਸੀਗਾ, ਪਤਾ ਲੱਗਾ ਸੀਗਾ ਕਿ ਕਰੀਬ ਮੋਟਾ ਪੈਸਾ ਲੈ ਕੇ ਹੀ ਇਹ ਗਰੀਬ ਲੋਕਾਂ ਨੂੰ ਜਾਂ ਕਿਸੇ ਨੂੰ ਇਹ ਨੌਕਰੀ ਦਿੰਦੇ ਆ, ਨਹੀਂ ਤੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ। ਨਿਰੰਦਰ ਸਿੰਘ ਜੀ, ਫਿਰ ਜੋ ਨੌਕਰੀ ਮਿਲੀ ਕਿ ਧੱਕੇ ਧੁੱਕੇ ਖਾ ਕੇ ਹੀ ਗੁਜ਼ਾਰਾ ਕਰਨਾ ਪੈ ਗਿਆ ਉਸ ਟਾਈਮ 'ਤੇ? ਵੇਖੋ ਜੀ, ਜਦ ਮੈਂ ਇਹਨਾਂ ਨੂੰ ਕਿਹਾ ਸੀਗਾ ਨੌਕਰੀ ਵਾਸਤੇ, ਸੋ ਉਦੋਂ ਇਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ। ਮੈਂ ਆਪਣੀਆਂ ਕੁਰਬਾਨੀਆਂ ਦਾ ਵੀ ਇਹਨਾਂ ਨੂੰ ਦੱਸਿਆ। ਇਹ ਕਹਿੰਦੇ ਜੀ ਅਸੀਂ ਤੈਨੂੰ ਜਾਣਦੇ ਨਹੀਂ ਸੀ, ਤੂੰ ਕੌਣ ਹੈ ਕੌਣ ਨਹੀਂ। ਇਸ ਨੂੰ ਚੱਲਦੇ ਹੋਏ ਸੋ ਮੈਨੂੰ ਕਾਫੀ ਸੰਘਰਸ਼ ਕਰਨ ਤੋਂ ਬਾਅਦ, ਜੋ ਕਿ ਜੇਲ੍ਹ ਦਾ ਕਸਟਡੀ ਸਰਟੀਫਿਕੇਟ ਕਢਵਾ ਕੇ ਲਿਆਉਣਾ ਪਿਆ 19 ਸਾਲ ਬਾਅਦ। ਸੋ ਕਸਟਡੀ ਸਰਟੀਫਿਕੇਟ ਕਢਵਾ ਕੇ ਜਦ ਮੈਂ ਇਹਨਾਂ SGPC ਦੇ ਉੱਚ ਅਧਿਕਾਰੀਆਂ ਅੱਗੇ ਰੱਖਿਆ, ਸੋ ਇਹਨਾਂ ਨੂੰ ਕੁਛ ਸ਼ਰਮ ਵੀ ਮਹਿਸੂਸ ਹੋਈ। ਸੋ ਇਹਨਾਂ ਦੀਆਂ ਕੁਛ ਅੱਖਾਂ ਖੁੱਲ੍ਹੀਆਂ। ਸੋ 1 ਸਾਲ ਬਾਅਦ ਸੰਘਰਸ਼ ਤੋਂ ਬਾਅਦ ਇਹ ਮੈਨੂੰ ਕਹਿੰਦੇ ਅਸੀਂ ਤੈਨੂੰ ਨੌਕਰੀ ਦੇ ਦਿੰਦੇ ਹਾਂ। 1 ਸਾਲ ਬਾਅਦ ਨੌਕਰੀ ਮਿਲੀ ਤੇ ਗਈ ਕਦੋਂ? ਸੋ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਇਹਨਾਂ ਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਤੁਹਾਡੇ ਨਾਲ ਮੇਰੇ ਜਿਹੜੇ ਵਿਚਾਰ ਤਾਲਮੇਲ ਨਹੀਂ ਖਾਂਦੇ, ਸੋ ਮੈਂ ਤੁਹਾਡੇ 'ਚ ਨੌਕਰੀ ਨਹੀਂ ਕਰ ਸਕਦਾ, ਇਸ ਲਈ ਮੈਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ। ਸੋ ਨੌਕਰੀ ਇਹਨਾਂ ਨੇ ਮੈਨੂੰ ਇਲੈਕਟ੍ਰੀਸ਼ੀਅਨ ਦੇ ਵਿੱਚ ਬਿਜਲੀ ਸੇਵਾਦਾਰ ਦੀ ਨੌਕਰੀ ਦਿੱਤੀ, ਜਿਸ ਦੇ ਵਿੱਚ ਇਹਨਾਂ ਨੇ ਮੈਨੂੰ 5000 ਰੁਪਇਆ ਤਨਖਾਹ ਦੇਣੀ ਮੁਕਰਰ ਕੀਤੀ। ਸੋ ਗੁਰਦੁਆਰਾ ਛਾਟਾ ਸਾਹਿਬ ਵਿਖੇ ਜੋ ਮੈਂ 2 ਸਾਲ ਨੌਕਰੀ ਕੀਤੀ ਹੈ, ਨੌਕਰੀ ਦੇ ਦੌਰਾਨ ਹੀ, ਜੋ ਕਿ ਪਹਿਲਾਂ ਜ਼ਿਕਰ ਕਰ ਚੁੱਕਾ ਕਿ ਬੜੀਆਂ ਵੱਡੀਆਂ ਗਲਤੀਆਂ 'ਤੇ ਕੁਕਰਮ ਕਰਦੇ ਰਹੇ ਹਨ। ਸੋ ਇਹਨਾਂ ਦੇ ਨੌਕਰੀ ਦੇ ਦੌਰਾਨ ਚੱਲਦੇ ਹੋਏ ਹੀ ਮੈਂ ਇਹਨਾਂ ਦੀ ਮੁਲਾਜ਼ਮ ਦੀ ਜੋ ਕਿ ਸ਼ਿਕਾਇਤ ਦੇਖੀ, ਜੋ ਕਿ 22/7/2016 ਨੂੰ ਇਹਨਾਂ ਦਾ ਮੁਲਾਜ਼ਮ ਜਿਹੜਾ ਕਿ ਦਿਲਬਾਗ ਸਿੰਘ ਗੁਰਦੁਆਰਾ ਛਾਟਾ ਸਾਹਿਬ ਵਿਖੇ ਤੈਨਾਤ ਸੀਗਾ। ਸੋ ਉਸ ਨੂੰ ਸਰਾਂ ਨਿਵਾਸ ਗੁਰਦੁਆਰਾ ਛਾਟਾ ਸਾਹਿਬ ਵਿਖੇ ਗੈਰ ਜਨਾਨੀ ਨਾਲ ਕੁਕਰਮ ਕਰਨ ਦੀ ਕੋਸ਼ਿਸ਼ ਕਰਦੇ ਹੋਏ ਮੈਂ ਉਹਨੂੰ ਫੜਿਆ ਸੀਗਾ। ਸੋ ਜਿਸ ਦੀ ਸ਼ਿਕਾਇਤ ਦੂਸਰੇ ਦਿਨ ਮੌਜੂਦਾ ਮੈਨੇਜਰ ਜਗਤਾਰ ਸਿੰਘ ਸ਼ੂਰਾ ਨੂੰ ਮੈਂ ਕੀਤੀ ਅਤੇ ਲਿਖਤ ਵਿੱਚ ਦਿੱਤਾ ਕਿ ਮੁੱਖ ਦਫ਼ਤਰ ਨੂੰ ਮੇਰੀ ਸ਼ਿਕਾਇਤ ਭੇਜੀ ਜਾਏ ਤਾਂ ਕਿ ਦੁਬਾਰੇ ਗੁਰੂ ਘਰ ਦੇ ਮਰਿਆਦਾ ਨੂੰ ਲੈ ਕੇ ਇਹੋ ਜਿਹੀ ਗਲਤੀ ਨਾ ਹੋ ਸਕੇ। ਕਾਰਵਾਈ ਹੋਈ ਕਿ ਗਾਜ ਤੁਹਾਡੇ 'ਤੇ ਡਿੱਗ ਪਈ? ਵੇਖੋ ਜੀ, ਪਹਿਲਾਂ ਦੱਸ ਚੁੱਕਿਆ ਕਿ ਇਹਨਾਂ ਦੇ ਜਿਹੜੇ ਚਹੇਤੇ ਹੁੰਦੇ ਹਨ, ਇਹ ਚਹੇਤਿਆਂ ਨੂੰ ਹਮੇਸ਼ਾ ਬਚਾਉਣ ਦੀ ਕੋਸ਼ਿਸ਼ ਕਰਨ 'ਚ ਲੱਗੇ ਹਨ ਤਾਂ ਕਿ ਇਹ ਮਹਿਕਮਾ ਜਿਹੜਾ ਥੱਲਿਓਂ ਲੈ ਕੇ ਉੱਤੇ ਤੱਕ ਭ੍ਰਿਸ਼ਟ ਆ। ਸੋ ਮੇਰੀਆਂ ਕੁਰਬਾਨੀਆਂ ਨੂੰ ਦੇਖਦੇ ਅਸੀਂ ਕਦੇ ਵੀ ਇਹ ਨਹੀਂ ਚਾਹਾਂਗੇ ਗੁਰੂ ਘਰ ਦੇ ਵਿੱਚ ਕੋਈ ਮਰਿਆਦਾ ਨੂੰ ਠੇਸ ਪਹੁੰਚੇ। ਸੋ ਇਹਨਾਂ ਨੂੰ ਲੈ ਕੇ ਮੈਂ ਇੱਕ ਐਫੀਡੇਵਿਟ ਟੈਸਟ ਹਲਫੀਆ ਬਿਆਨ ਜੋ ਦਿੱਤਾ ਸੀ, ਉਸ ਨੂੰ ਚੱਲਦੇ ਹੋਏ ਦੇਖਦੇ ਹੋਏ ਮੇਰੀ ਸ਼ਿਕਾਇਤ ਦੇ ਆਧਾਰ 'ਤੇ ਇਹਨਾਂ ਨੇ 16 ਮਾਰਚ 2017 ਨੂੰ ਮੀਟਿੰਗ ਹਾਲ ਦੇ ਵਿੱਚ ਦਰਬਾਰ ਸਾਹਿਬ
ਇਹਨਾਂ ਨੇ ਮੀਟਿੰਗ ਰੱਖੀ ਜਿਸ ਦੇ ਵਿੱਚ ਮੈਨੂੰ ਵੀ ਸੱਦਿਆ ਗਿਆ ਕਿ ਆਪਣਾ ਪੱਖ ਰੱਖੋ। ਸੋ ਉੱਥੇ ਵੀ ਇਹਨਾਂ ਨੇ ਉਹੀ ਮੇਰੇ ਨਾਲ ਕੀਤੀ ਜੋ ਕਿ ਇਹਨਾਂ ਦਾ ਸ਼ੁਰੂ ਤੋਂ ਇੱਕ ਰਵੱਈਆ ਰਿਹਾ ਹੈ ਕਿ ਮਾੜੇ ਨੂੰ ਕੁਚਲਣ ਦਾ। ਸੋ ਉੱਥੇ ਵੀ ਇਹਨਾਂ ਨੇ ਮੀਟਿੰਗ ਦੇ ਵਿੱਚ ਮੇਰੇ 'ਤੇ ਕਾਫੀ ਪ੍ਰੈਸ਼ਰ ਪਾਇਆ ਗਿਆ, ਅਤੇ ਕਿਉਂਕਿ ਉੱਥੇ ਇਹਨਾਂ ਦੇ ਕੁਝ ਉੱਚ ਅਧਿਕਾਰੀ ਸ਼ਾਮਲ ਸਨ, ਬੀਬੀ ਕਿਰਨਜੋਤ ਕੌਰ, ਸਰਜੀਤ ਸਿੰਘ ਭਿੱਟੇਵੱਡ, ਰਾਮ ਸਿੰਘ ਅਤੇ ਹੋਰ ਵੀ ਮੈਂਬਰ ਅਤੇ ਇਹਨਾਂ ਦੇ ਮੁੱਖ ਉੱਚ ਅਧਿਕਾਰੀ ਉੱਥੇ ਸ਼ਾਮਲ ਸਨ, ਜਿਨ੍ਹਾਂ ਨੇ ਕਿ ਮੈਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਤੇ ਮੇਰੀ ਬਦਲੀ ਜਿਹੜੀ ਆ ਛਾਟਾ ਸਾਹਿਬ ਤੋਂ ਬਦਲੀ ਇਹਨਾਂ ਨੇ ਬਿਨਾਂ ਕਿਸੇ ਕਾਰਨ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ ਕਰ ਦਿੱਤੀ ਗਈ। ਅਤੇ ਜੋ ਕਿ ਉੱਥੇ ਹੀ ਮੈਨੂੰ ਕਿਸੇ ਆਪਣੇ ਸੱਜਣ ਕੋਲੋਂ ਪਤਾ ਲੱਗਾ ਕਿ ਇਹਨਾਂ ਦੀ ਬਹੁਤ ਘਟੀਆ ਨੀਤੀ ਆ। ਘਟੀਆ ਨੀਤੀ ਨੂੰ ਚੱਲਦੇ ਹੋਏ ਮੇਰੇ 'ਤੇ ਉੱਥੇ ਜਾ ਕੇ ਇੱਕ ਵੱਡਾ ਇਲਜ਼ਾਮ ਲਾਉਣ ਦੀ ਕੋਸ਼ਿਸ਼ ਸੀ ਇਹਨਾਂ ਦੀ। ਕੀ ਵੱਡਾ ਇਲਜ਼ਾਮ ਸੀਗਾ ਤੁਹਾਡੇ ਨਾਲ? ਸੋ ਮੈਂ ਦੱਸਣਾ ਚਾਹੂੰਗਾ ਕਿ 2005 ਦੇ ਵਿੱਚ ਜਦ ਕਿ ਮੈਂ ਪੰਜਾਬ ਤੋਂ ਬਾਹਰ ਦਿੱਲੀ ਗੁਰਦੁਆਰਾ ਸੀਸਗੰਜ ਵਿਖੇ ਗਿਆ ਹੋਇਆ ਸੀਗਾ, ਸੋ ਇਹਨਾਂ ਨੇ ਆਪਣੀ ਉਹੀ ਇਲਜ਼ਾਮ ਜਿਹੜਾ ਕਿ ਉੱਥੇ ਲਾਉਣਾ ਸੀ ਕਿ ਬੜੀ ਸਾਜ਼ਿਸ਼ ਕਰਕੇ 5/9/2017 ਨੂੰ ਮੇਰੇ 'ਤੇ ਇਹਨਾਂ ਨੇ ਇੱਕ ਜੋ ਕਿ ਪਰਿਵਾਰ ਦਿਲਬਾਗ ਸਿੰਘ ਦੇ ਗੁਆਂਢ ਦੇ ਵਿੱਚ ਹੀ ਰਹਿ ਰਿਹਾ, ਸੋ ਝੂਠਾ ਇਲਜ਼ਾਮ ਲਗਾਇਆ ਕਿ ਉਹਨਾਂ ਦੀ ਬੱਚੀ ਨੂੰ ਦੁਕਾਨ 'ਤੇ ਲਿਜਾ ਕੇ ਅਸ਼ਲੀਲ ਹਰਕਤਾਂ ਕੀਤੀਆਂ, ਅਸ਼ਲੀਲ ਵੀਡੀਓ ਦਿਖਾਈਆਂ। ਜਿਹੜਾ ਇਲਜ਼ਾਮ ਤੁਸੀਂ ਲਾਉਂਦੇ ਸੀਗੇ ਉਹ ਇਲਜ਼ਾਮ ਤੁਹਾਡੇ 'ਤੇ ਲੱਗ ਗਿਆ? ਇਹ ਇਹਨਾਂ ਨੇ ਜੀ ਵੇਖੋ, ਇਹ ਤਾਂ ਸਪਸ਼ਟ ਹੈ ਕਿ ਬਦਲੇ ਦੀ ਭਾਵਨਾ ਰੱਖਦੇ ਹੋਏ ਆਪਣੇ ਚਹੇਤਿਆਂ ਨੂੰ ਬਚਾਉਣ ਦੀ ਵਜ੍ਹਾ ਦੇ ਨਾਲ ਹੀ ਇਹਨਾਂ ਨੇ ਮੇਰੇ 'ਤੇ ਬਿਆਨ ਲਿਆ, ਜਦ ਕਿ ਉਹ ਪਰਮਾਤਮਾ ਬਚਾਉਣ ਵਾਲਾ ਹੈ। ਜਦ ਕਿ ਉਸ ਦੌਰਾਨ 5/9/2017 ਨੂੰ ਮੈਂ ਦਿੱਲੀ ਗੁਰਦੁਆਰਾ ਸੀਸਗੰਜ ਵਿਖੇ ਠਹਿਰਿਆ ਹੋਇਆ ਸੀਗਾ, ਅਤੇ ਉੱਥੋਂ ਮੈਂ 5, 6, 7 ਤੱਕ ਮੇਰੇ ਨਾਂ 'ਤੇ ਕਮਰੇ ਬੁੱਕ ਸਨ, ਅਤੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਮੈਂ 8 ਤਰੀਕ ਨੂੰ 8/5/9/2017 ਨੂੰ ਵਾਪਸ ਪੰਜਾਬ ਆਇਆ, ਆਪਣੇ ਘਰ ਆਇਆ, ਅਤੇ 11/9/2017 ਨੂੰ ਮੈਨੂੰ ਥਾਣਾ ਛਾਟਾ ਦਾ ASI ਦਵਿੰਦਰ ਕੁਮਾਰ ਘਰੋਂ ਚੁੱਕ ਕੇ ਲੈ ਗਿਆ। ਉੱਥੇ ਜਾ ਕੇ ਥਾਣੇ ਜਾ ਕੇ ਮੈਨੂੰ ਪਤਾ ਲੱਗਾ ਕਿ ਮੇਰੇ ਖਿਲਾਫ ਕਿਸੇ ਨੇ ਦਿਲਬਾਗ ਸਿੰਘ ਦੇ ਨਾਲ ਰਲ ਕੇ ਝੂਠੀ FI ਦਰਜ ਕਰਾਈ ਹੈ। ਜਦ ਮੈਂ ਦਿੱਤੀ ਹੋਈ ਐਪਲੀਕੇਸ਼ਨ ਦੇ ਡੇਟ ਵੇਖੀ, ਸੋ ਮੈਂ SHO ਨੂੰ ਆਪਣਾ ਮੋਬਾਈਲ ਜੇਬ 'ਚੋਂ ਕੱਢ ਕੇ ਦਿੱਤਾ ਕਿ ਇਹਦੀ ਲੋਕੇਸ਼ਨ ਚੈੱਕ ਕੀਤੀ ਜਾਏ। ਆਪਣੇ SHO ਸਾਹਿਬ ਨੇ ਲਗਭਗ 1 ਘੰਟਾ ਲੋਕੇਸ਼ਨ ਚੈੱਕ ਕੀਤੀ, ਮੇਰੇ ਤੋਂ ਪੁੱਛਗਿੱਛ ਕੀਤੀ, ਅਤੇ ਜਿਨ੍ਹਾਂ ਨੇ ਮੇਰੇ 'ਤੇ ਇਲਜ਼ਾਮ ਲਾਇਆ ਉਸ ਪਰਿਵਾਰ ਦੇ ਬੱਚਿਆਂ ਤੋਂ ਪੁੱਛਗਿੱਛ ਕੀਤੀ ਗਈ। ਸੋ 1 ਘੰਟਾ ਪੁੱਛਗਿੱਛ ਕਰਨ ਤੋਂ ਬਾਅਦ SHO ਸਾਹਿਬ ਮੈਨੂੰ ਕਹਿੰਦੇ ਕਿ ਤੁਸੀਂ ਘਰ ਜਾ ਸਕਦੇ ਹੋ। ਉਸ ਤੋਂ ਬਾਅਦ ਮੈਂ ਘਰ ਆ ਗਿਆ। ਸੋ ਦੂਸਰੇ ਦਿਨ ਇਹਨਾਂ ਨੇ ਰਲ ਕੇ SGPC ਦੇ ਉੱਚ ਅਧਿਕਾਰੀ ਨੇ ਰਲ ਕੇ ਦੇ ਪ੍ਰਸ਼ਾਸਨ ਦੇ ਨਾਲ ਰਲ ਕੇ SHO ਸਾਹਿਬ 'ਤੇ ਇੱਕ ਪ੍ਰੈਸ਼ਰ ਪਵਾ ਕੇ 12/5/17 ਨੂੰ ਇਹਨਾਂ ਨੇ ਮੇਰੇ 'ਤੇ ਝੂਠਾ ਪਰਚਾ ਦਰਜ ਕਰਾਤਾ ਜੀ, ਜਿਹਦੇ ਵਿੱਚ ਕਿ ਮੈਨੂੰ ਬੜਾ ਸੰਘਰਸ਼ ਕਰਕੇ ਹਾਈ ਕੋਰਟ ਤੋਂ ਐਂਟਰੀ ਸਰਟੀਫਿਕੇਟ ਦੀ ਬੇਲ ਕਰਾਉਣੀ ਪਈ। ਸੋ ਇੱਥੇ ਦੱਸਣਾ ਚਾਹੂੰਗਾ ਕਿ ਪਹਿਲਾਂ ਮੇਰੇ 'ਤੇ ਜੋ ਇਹਨਾਂ ਨੇ ਪਰਚਾ ਦਰਜ ਕੀਤਾ 354 ਦਾ, ਉਸ ਦੇ ਵਿੱਚ ਮੈਂ ਜ਼ਮਾਨਤ ਹਾਸਲ ਕੀਤੀ ਹਾਈ ਕੋਰਟ ਤੋਂ। ਇਹਨਾਂ ਦਾ ਉੱਥੇ ਵੀ ਖਾਨਾ ਪੂਰਤੀ ਨਹੀਂ ਹੋਈ, ਸੋ ਇਹਨਾਂ ਨੇ ਲਗਭਗ 1 ਸਾਲ ਬਾਅਦ ਥਾਣਾ ਛਾਟਾ ਨੇ ਮੇਰੇ ਖਿਲਾਫ ਜੋ ਚਾਰਜ ਪੇਸ਼ ਕਰਨਾ ਸੀਗਾ, ਉਸ ਦੌਰਾਨ ਇਹਨਾਂ ਨੇ ਕੇਸ ਦੇ ਵਿੱਚ ਵਾਧਾ ਕਰਦੇ ਹੋਏ ਮੇਰੇ 'ਤੇ 376 ਦਾ ਪਰਚਾ ਵੀ ਜੁਆਇੰਟ ਕਰਤਾ। ਅੱਛਾ, ਹੁਣ ਜਿਹੜਾ ਤੁਹਾਡਾ ਕੇਸ ਹੈ ਕਿੱਥੇ ਅਜੇ ਪਹੁੰਚਿਆ ਹੋਇਆ? ਕਿਆ ਕੋਰਟ 'ਚ ਕੇਸ ਚੱਲ ਰਿਹਾ ਵਾ ਕਿ ਤੁਸੀਂ ਹਜੇ ਨੌਕਰੀ 'ਤੇ ਹੈਗੇ ਹੋ ਕਿ ਨਹੀਂ ਹੈਗੇ? ਇਹ ਕੀ ਸਾਰਾ ਦੱਸਿਓ ਕੀ ਹੈ ਮਾਮਲਾ। ਸੋ ਮੈਂ ਇੱਥੇ ਸੰਗਤ ਨੂੰ ਅਤੇ ਸਰਬੱਤ ਸਿੱਖ ਜਥੇਬੰਦੀ ਨੂੰ ਦੱਸਣਾ ਚਾਹੂੰਗਾ ਕਿ ਮੇਰਾ ਕੇਸ ਜੋ ਜੱਜ ਸਾਹਿਬ ਦੇ ਕੋਲ ਅਜੇ ਪੈਂਡਿੰਗ ਚੱਲ ਰਿਹਾ, ਕਿਉਂਕਿ ਲੋਕਡਾਊਨ ਕਾਰਨ ਕੋਰਟਾਂ ਬੰਦ ਹੋ ਚੁੱਕੀਆਂ ਹਨ। ਸੋ ਇਹਨਾਂ ਨੇ ਕੋਰਟ ਦਾ ਫੈਸਲੇ ਨੂੰ ਵੀ ਉਡੀਕ ਨਹੀਂ ਕੀਤੀ। ਉਸ ਤੋਂ ਪਹਿਲਾਂ ਹੀ ਕਿਉਂਕਿ ਇਹਨਾਂ ਨੂੰ ਡਰ ਸੀਗਾ ਕਿ ਸਾਡੀਆਂ ਕਾਲੀਆਂ ਕਰਤੂਤਾਂ ਹੋਰ ਤੋਂ ਪਰਦੇ ਨਾ ਚੁੱਕੇ, ਸੋ ਇਹਨਾਂ ਨੇ 12/3/2020 ਨੂੰ ਆਪਣਾ ਇੱਕ ਤਰਫਾ ਫੈਸਲਾ ਸੁਣਾਉਂਦੇ ਹੋਏ ਕੋਰਟ ਤੋਂ ਤੇ ਕਾਨੂੰਨ ਦੀ ਵੀ ਉਲੰਘਣਾ ਕਰਦੇ ਹੋਏ ਮੈਨੂੰ ਨੌਕਰੀ ਤੋਂ ਕੱਢ ਦਿੱਤਾ। ਤੇ ਹੁਣ ਤੁਸੀਂ ਕੋਰਟ ਦੇ ਵਿੱਚ ਕੇਸ ਲੜ ਰਹੇ ਹੋ ਕਿ ਕੀ ਜਥੇਦਾਰ ਅਕਾਲ ਤਖਤ ਨੂੰ ਕਦੀ ਮਿਲੇ ਹੋ ਜਾਂ ਸਰਬੱਤ ਖਾਲਸਾ ਵਿੱਚ ਥਾਪੇ ਗਏ ਜਿਹੜੇ
ਧਿਆਨ ਸਿੰਘ ਮੰਡ ਹੋਣੇ ਆ, ਉਹਨਾਂ ਨੂੰ ਕਦੀ ਤੁਸੀਂ ਮਿਲੇ, ਉਹਨਾਂ ਨੂੰ ਕਦੀ ਆਪਣੀ ਗੱਲ ਦੱਸੀ ਸੀ ਇਸ ਬਾਬਤ? ਜੀ ਹਾਂ, ਮੈਂ ਜੋ ਕਿ ਸਰਬੱਤ ਖਾਲਸਾ 'ਚ ਸਾਜੇ ਹੋਏ ਸਿੰਘ ਸਾਹਿਬਾਂ ਨੂੰ ਵੀ ਮਿਲਿਆ, ਉਹਨਾਂ ਨੂੰ ਮੈਂ ਸਾਰੀ ਆਪਣੇ ਨਾਲ ਬੀਤੀ ਘਟਨਾ ਦੀ ਜਾਣਕਾਰੀ ਦੱਸੀ। ਲੇਕਿਨ ਮੈਨੂੰ ਇਸ 'ਤੇ ਬਹੁਤ ਦੁੱਖ ਪ੍ਰਗਟ ਹੁੰਦਾ ਹੈ ਕਿ ਸਿੱਖ ਪੰਥ ਦੀ ਏਡੀ ਵੱਡੀਆਂ ਜਿਹੜੀਆਂ ਜਥੇਬੰਦੀਆਂ ਅਸੀਂ ਜਿਨ੍ਹਾਂ 'ਤੇ ਮਾਣ ਕਰਦੇ ਸੀਗੇ ਉਹਨਾਂ ਨੂੰ ਮੈਂ ਦੱਸਿਆ, ਲੇਕਿਨ ਅੱਜ ਤੱਕ ਕਿਸੇ ਵੀ ਸਿੱਖ ਜਥੇਬੰਦੀ ਨੇ ਮੇਰਾ ਸਾਥ ਨਹੀਂ ਦਿੱਤਾ ਤੇ ਨਾ ਮੇਰੇ ਪਰਿਵਾਰ ਦੀ ਸਾਰ ਲਈ। ਇਹਨਾਂ ਕੁਰਬਾਨੀਆਂ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਨੇ ਮੈਨੂੰ ਪੀੜਤ ਕੀਤਾ ਅਤੇ ਨਾਲ ਪ੍ਰਸ਼ਾਸਨ ਨੇ ਵੀ ਮੈਨੂੰ ਪੀੜਤ ਕੀਤਾ। ਉਹਨਾਂ ਦੇ ਨਾਲ ਰਲ ਕੇ ਝੂਠੀਆਂ ਜਿਹੜੀਆਂ FIR ਦਰਜ ਕੀਤੀਆਂ। ਸੋ ਇਹਨਾਂ ਕੋਲੋਂ ਇਨਸਾਫ ਮੈਨੂੰ ਕੀ ਮਿਲਣਾ ਸੀ? ਤੁਸੀਂ ਜਾਣਦੇ ਹੋ ਕਿ ਆ ਸਮੇਂ ਦੇ ਵਿੱਚ ਜੋ ਬੜਾ ਸੰਘਰਸ਼ ਚੱਲ ਰਿਹਾ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਨੂੰ ਇਹ ਖੁਰਦ-ਬੁਰਦ ਕਰ ਚੁੱਕੇ ਹਨ। ਸੋ ਇਹਨਾਂ ਤੋਂ ਕੀ ਆਸ ਕਰਨੀ, ਜਿਹਨੂੰ ਅਸੀਂ ਸਰਮੌਰ ਜਥੇਬੰਦੀ ਦੱਸਦੇ ਹਾਂ। ਸਾਡਾ ਸਰਮੌਰ ਇੱਕ ਸੁਪਰੀਮ ਪਾਵਰ ਜਿਹਨੂੰ ਅਸੀਂ ਸਿੱਖ ਪੰਥ ਮੰਨਦਾ ਹੈ, ਜਗਤ ਮੰਨਦਾ ਹੈ। ਸੋ ਅਕਾਲ ਤਖਤ ਦੇ ਜਥੇਦਾਰ ਨੇ ਜੋ ਇਹਨਾਂ ਦੇ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਤੇ ਪ੍ਰਧਾਨ ਤੇ ਜੋ ਇਹਨਾਂ ਨੇ ਇੱਕ ਸੇਵਾ ਦੇ ਤੌਰ ਤੇ ਇੱਕ ਲੋਕ ਦਿਖਾਵਾ ਕੀਤਾ ਹੈ, ਜੋ ਕਿ ਇਹਨਾਂ ਨੇ ਇੱਕ ਸਹਿਜ ਪਾਠ ਦੀ ਸੇਵਾ ਲਾਤੀ, ਇਹ ਕੀਤਾ ਜੀ ਸਜ਼ਾ ਲਾਤੀ। ਇਹ ਕੋਈ ਸਜ਼ਾ ਨਹੀਂ ਜੀ, ਇਹ ਹਰ ਸਿੱਖ ਦਾ ਫਰਜ਼ ਬਣਦਾ ਆਪਣੇ ਘਰ ਘਰ ਸਹਿਜ ਪਾਠ ਕਰਾਏ। ਹਰ ਗੁਰਸਿੱਖ ਦਾ, ਹਰ ਇੱਕ ਗੁਰੂ ਨਾਨਕ ਨਾਮ ਲੇਵ ਜੀਵਾ ਦਾ ਫਰਜ਼ ਬਣਦਾ ਕਿ ਜਾ ਕੇ ਲੰਗਰ ਦੇ ਵਿੱਚ ਭਾਂਡਿਆਂ ਦੀ ਸੇਵਾ ਕਰੇ, ਝਾੜੂ ਮਾਰੇ, ਜੋ ਵੀ ਬਣਦੀ ਤਨ ਮਨੋਂ ਸੇਵਾ ਕਰੇ। ਇਹ ਕੋਈ ਸਜ਼ਾ ਨਹੀਂ ਜੀ। ਕਦੀ ਲੱਗਦਾ ਦੁੱਖ ਨਹੀਂ ਹੁੰਦਾ ਕਿ ਏਡੀ ਵੱਡੀ ਕੁਰਬਾਨੀ ਕਰਨ ਚੱਲੇ ਸੀਗੇ? ਬੇਸ਼ੱਕ ਉਸ ਟਾਈਮ ਤੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ ਉਹਨੂੰ ਵੀ ਸੋਧਣ ਦੀ ਤਿਆਰੀ ਕਰ ਲਿੱਤੀ ਗਈ ਸੀਗੀ। ਜੇ ਅਗਰ ਅੱਜ ਸਰਮੌਰ ਸੰਸਥਾ ਜਿਹੜੀ ਆ ਉਹ ਸਾਡੇ ਨਾਲ ਨਹੀਂ ਖਲੋਏਗੀ ਤੇ ਕਿਆ ਲੱਗਦਾ ਨਹੀਂ ਸਿੱਖ ਜਥੇਬੰਦੀਆਂ ਜਿਹੜੀਆਂ ਜਾਂ ਸਿੱਖ ਜਿਹੜੇ ਨੁਮਾਇੰਦੇ ਨੇ ਉਹ ਸੋਚਣ ਲਈ ਮਜਬੂਰ ਹੋ ਜਾਣਗੇ ਕਿ ਕਿਸੇ ਵਾਸਤੇ ਵੀ ਆਵਾਜ਼ ਚੁੱਕਣ ਦੀ ਜ਼ਰੂਰਤ ਨਹੀਂ? ਕਦੀ ਅੱਜ ਮਾੜਾ ਜਿਹਾ ਦਿਮਾਗ ਚਾਹੁੰਦਾ ਕਿ ਮੈਂ ਅਗਰ ਉਹ ਗਲਤ ਜਿਹਾ ਕੰਮ ਹੋ ਜਾਂਦਾ ਤੇ ਸ਼ਾਇਦ ਅੱਜ ਮੈਂ ਇਸ ਜਗ੍ਹਾ ਤੇ ਨਾ ਬੈਠਾ ਹੁੰਦਾ? ਸੋ ਮੈਂ ਦੱਸਣਾ ਚਾਹੂੰਗਾ ਕਿ ਇਹਦੇ ਵਿੱਚ ਵੀ ਸ਼ਾਇਦ ਪਰਮਾਤਮਾ ਚੰਗਾ ਹੀ ਕਰਦਾ। ਜੇ ਉਸ ਟਾਈਮ ਉੱਥੇ ਸਾਡੇ ਕੋਲੋਂ ਸੇਵਾ ਨਹੀਂ ਬਣੀ, ਹੋ ਸਕਦਾ ਕੋਈ ਵੱਡਾ ਇਹੋ ਜਿਹਾ ਜਿਹੜਾ ਦੇਹਧਾਰੀ ਇੱਥੇ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਆ, ਜਾਂ ਕੋਈ ਇਹ ਵੱਡੇ ਮੰਗਰਮੱਛ ਹੈ, ਉਹਨਾਂ ਨੂੰ ਸੋਧਣ ਦੀ ਵੀ ਸੇਵਾ ਪਰਮਾਤਮਾ ਨੂੰ ਲੱਗੀ ਤੇ ਅਸੀਂ ਤਿਆਰ ਰਵਾਂਗੇ। ਸਿੱਖ ਪੰਥ ਦੀ ਹਰ ਤਰ੍ਹਾਂ ਦੀ ਸੇਵਾ ਚੁੱਕਣ ਨੂੰ ਤਿਆਰ ਹਾਂ, ਲੇਕਿਨ ਇਹਨਾਂ ਕੋਲੋਂ ਅਸੀਂ ਆਸ ਨਹੀਂ ਕਰਦੇ, ਕਿਉਂਕਿ ਜਿਹਦੀ ਤੇ ਸਾਨੂੰ ਆਸ ਸੀਗੀ ਉਸ ਨੇ ਹੀ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਤੇ ਪਰਦੇ ਪਾ ਕੇ ਇਹਨਾਂ ਦੇ ਮਿੱਥੇ ਬਾਦਲਾਂ ਦੇ ਫੈਸਲੇ ਨੂੰ ਸੁਣਾ ਕੇ ਸਮੁੱਚੇ ਸਿੱਖ ਪੰਥ ਦੀ ਅੱਖਾਂ ਦੇ ਵਿੱਚ ਘੱਟਾ ਪਾਇਆ। ਸੋ ਜੋ ਕਿ ਕਿਸੇ ਵੀ ਸਿੱਖ ਜਥੇਬੰਦੀ ਨੂੰ, ਸਮੁੱਚੇ ਸਿੱਖ ਨੂੰ ਇਹਨਾਂ ਦਾ ਫੈਸਲਾ ਕੋਈ ਵੀ ਇਹੋ ਜਿਹਾ ਪ੍ਰਵਾਨ ਨਹੀਂ ਕੀਤਾ ਜਾਏਗਾ। ਸੋ ਪ੍ਰਵਾਨ ਨਹੀਂ ਕੀਤਾ ਜਾਏਗਾ ਕੋਈ ਵੀ ਜਿਹੜਾ ਫੈਸਲਾ ਦਿੱਤਾ ਹੋਇਆ, ਕਿਉਂਕਿ ਕਿਹਾ ਹੀ ਜਾ ਰਿਹਾ ਵਾ ਨਰਿੰਦਰ ਸਿੰਘ ਹੋਣਾ ਵੱਲੋਂ ਕਿ ਲਗਾਤਾਰ ਉਹਨਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਨਾਲ ਵੀ ਸੰਪਰਕ ਕੀਤਾ ਗਿਆ ਸੀਗਾ ਔਰ ਬਹੁਤ ਸਾਰੇ ਜਥੇਦਾਰਾਂ ਨੂੰ ਵੀ ਮਿਲ ਕੇ ਇਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਬਰਖਾਸਤ ਕਿੱਦਾਂ ਕੀਤਾ ਗਿਆ, ਉਹਦੇ ਬਾਰੇ ਵੀ ਆਵਾਜ਼ ਚੁੱਕਣ ਦੀ ਗੱਲ ਕੀਤੀ ਗਈ। ਲੇਕਿਨ ਕਿਤੇ ਨਾ ਕਿਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਸਿਤਾਰੇ ਨੇ ਜ਼ਰੂਰ ਗਰਦਿਸ਼ 'ਚ ਨੇ। ਇਸੇ ਕਰਕੇ ਹੀ ਹਰ ਇੱਕ ਜਿਹੜਾ ਵਾ ਸਿੱਕੇ ਦਾ ਪਹਿਲੂ ਆ ਉਹਨਾਂ ਦੇ ਉਲਟ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ। ਹਾਲਾਂਕਿ ਨਰਿੰਦਰ ਸਿੰਘ ਹੋਣਾ ਵੱਲੋਂ ਕਿਹਾ ਗਿਆ ਸੀਗਾ ਕਿ ਉਹਨਾਂ ਵੱਲੋਂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਰਾਜੀਵ ਗਾਂਧੀ ਨੂੰ ਸੋਧਣ ਦਾ ਜਿਹੜਾ ਸੀਗਾ ਉਹ ਵੀ ਫੈਸਲਾ ਕੀਤਾ ਗਿਆ ਸੀਗਾ, ਲੇਕਿਨ ਹਥਿਆਰ ਨਹੀਂ ਚੰਗਾ ਹੋਣ ਕਰਕੇ ਉਹਨਾਂ ਕੋਲ ਇਹ ਜਿਹੜਾ ਸੀਗਾ ਨਹੀਂ ਪ੍ਰੋਪਰ ਹੋ ਸਕਿਆ। ਲੇਕਿਨ ਕਿਤੇ ਨਾ ਕਿਤੇ ਸ਼ਰਮਿੰਦਕ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਔਰ ਹਾਲਾਤ ਇਹਨਾਂ ਦੇ ਘਰ ਦੇ ਬਹੁਤ ਬਦ ਤੋਂ ਬਦਤਰ ਨੇ। ਅਗਰ ਦੱਸਿਆ ਜਾਵੇ ਤਾਂ ਇੱਕ ਕਮਰੇ ਵਿੱਚ ਰਹਿੰਦੇ ਨੇ, ਇੱਕ ਬੇਟੀ ਹੈ, 3 ਬੇਟੇ ਨੇ, ਇੱਕ ਆਪ ਨੇ, 5 ਪਰਿਵਾਰਿਕ ਸਦੱਸ ਜਿਹੜੇ ਨੇ ਇੱਕੋ ਹੀ ਕਮਰੇ ਵਿੱਚ, 6 ਪਰਿਵਾਰਿਕ ਸਦੱਸ ਜਿਹੜੇ ਨੇ ਉਹ ਇੱਕੋ ਹੀ ਕਮਰੇ ਵਿੱਚ ਰਹਿੰਦੇ ਨੇ। ਲੇਕਿਨ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਕਿ ਅਗਰ ਕੋਈ ਵੀ ਵਿਅਕਤੀ ਇਹਨਾਂ ਦੀ ਕੋਈ ਮਦਦ ਕਰਨਾ ਚਾਹੁੰਦਾ ਹੈ ਤੇ ਜ਼ਰੂਰ ਕਰੇ। ਕੈਮਰਾਮੈਨ ਜਤਨ ਕੁਮਾਰ ਦੇ ਨਾਲ ਗੁਰਪ੍ਰੀਤ ਸਿੰਘ, ਹਕੀਕਤ TV ਪੰਜਾਬੀ, ਅੰਮ੍ਰਿਤਸਰ।